ਦਿਸ਼ਾ ਪਰਿਵਰਤਨ ਪ੍ਰੋਗਰਾਮ ਨੂੰ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਵਾਰੀ ਫਿਰ ਤੋਂ ਤੁਹਾਡਾ ਸਭਨਾਂ ਦਾ ਸਵਾਗਤ ਕਰਦੇ ਹਾਂ, ਕਿਉਂਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਦੋਸਤੋ, ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਵੇਖ ਲੈਂਦੇ ਹਾਂ ਕਿ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕੀ ਕੀਤਾ ਸੀ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਬਾਈਬਲ ਬਾਣੀ ਦੇ ਵਿੱਚੋਂ ਮੱਤੀ ਦੀ ਅੰਜੀਲ ਦੇ 7 ਅਧਿਆਏ ਦੀ 21 ਆਇਤ ਤੋਂ ਲੈ ਕੇ 23 ਆਇਤ ਤੱਕ ਦੇ ਵਚਨਾਂ ਦੇ ਉੱਤੇ ਅਧਿਐਨ ਕੀਤਾ ਸੀ। ਇਹ ਅਧਿਐਨ ਸਵਰਗ ਦੇ ਅੰਦਰ ਦਾਖਲ ਹੋਣ ਨਾਲ ਸੰਬੰਧਿਤ ਸੀ। ਅਸੀਂ ਸਵਰਗ ਦੇ ਰਾਜ ਨੂੰ ਅਸਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਕੀ ਹੈ ਅਤੇ ਇਸ ਦੇ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਅਸੀਂ ਸਿੱਖਿਆ ਕਿ ਸਵਰਗ ਦੇ ਰਾਜ ਦੇ ਵਿੱਚ ਦਾਖਲ ਹੋਣ ਦੇ ਲਈ ਪਰਮੇਸ਼ਵਰ ਸਾਡੇ ਤੋਂ ਕੀ ਮੰਗ ਕਰਦਾ ਹੈ। ਅਸੀਂ ਇਸ ਦੀ ਰੂਪਰੇਖਾ ਨੂੰ ਦੇਖਿਆ ਜੋ ਇਸ ਪ੍ਰਕਾਰ ਹੈ। ਪਹਿਲਾ, ਸਵਰਗ ਰਾਜ ਦੇ ਵਿੱਚ ਦਾਖਲ ਹੋਣ ਦੇ ਲਈ ਧਾਰਮਿਕ ਨੇਚਾ ਤੋਂ ਵੀ ਜ਼ਿਆਦਾ ਜਾਣਨ ਦੀ ਲੋੜ ਹੈ। ਦੂਜਾ, ਸਵਰਗ ਰਾਜ ਦੇ ਵਿੱਚ ਦਾਖਲ ਹੋਣ ਦੇ ਲਈ ਪੈਦਾਵਾਰ ਤੋਂ ਵੀ ਜ਼ਿਆਦਾ ਪੈਦਾ ਕਰਨ ਦੀ ਲੋੜ ਹੈ। ਅੱਜ ਅਸੀਂ ਇੱਕ ਹੋਰ ਨਵੇਂ ਵਿਸ਼ੇ ਦੇ ਉੱਤੇ ਆਪਣੇ ਅਧਿਐਨ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਸਾਡਾ ਅੱਜ ਦਾ ਵਿਸ਼ਾ ਨੀਂਹ ਦੀ ਮਜ਼ਬੂਤੀ ਦੇ ਉੱਤੇ ਆਧਾਰਿਤ ਹੈ। ਨੀਂਹ ਯਾਨੀ ਕਿ ਬੁਨਿਆਦ। ਇਸ ਦੀ ਰੂਪਰੇਖਾ ਇਸ ਤਰ੍ਹਾਂ ਹੈ। ਨੀਂਹ ਦੀ ਤਾਕਤ ਜ਼ਿੰਦਗੀ ਦੀ ਗੁਣਵੱਤਾ ਨੂੰ ਤੈਅ ਕਰਦੀ ਹੈ। ਇਸ ਦੇ ਵਿੱਚ ਜਿਹੜੇ ਪੁਆਇੰਟ ਸ਼ਾਮਿਲ ਹਨ ਉਹ ਹਨ ਚੱਟਾਨ ਦੀ ਸਥਿਰਤਾ ਅਤੇ ਰੇਤ ਦੀ ਅਸਥਿਰਤਾ। ਨੰਬਰ 2, ਜ਼ਿੰਦਗੀ ਦੇ ਤੂਫਾਨ ਨੀਂਹ ਦੀ ਗੁਣਵੱਤਾ ਨੂੰ ਪ੍ਰਗਟ ਕਰਦੇ ਹਨ। ਨੀਂਹ ਦਾ ਭੇਦ ਮਸੀਹ ਦੇ ਪ੍ਰਤੀ ਆਗਿਆਕਾਰੀ ਹੈ। ਤਾਂ ਫਿਰ ਦੋਸਤੋ, ਆਓ ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹੋਏ ਸੁਣਦੇ ਹਾਂ ਇਹ ਮਸੀਹੀ ਭਜਨ। ਸਰੋਤਾ ਦੋਸਤੋ, ਅੱਜ ਦੇ ਦਿਸ਼ਾ ਪਰਿਵਰਤਨ ਪ੍ਰੋਗਰਾਮ 'ਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਨੀਂਹ ਦੀ ਤਾਕਤ ਜ਼ਿੰਦਗੀ ਦੀ ਗੁਣਵੱਤਾ ਨੂੰ ਤੈਅ ਕਰਦੀ ਹੈ। ਭਾਗ ਊੜਾ, ਚਟਾਨ ਦੀ ਸਥਿਰਤਾ। ਭਾਗ ਐੜਾ, ਰੇਤ ਦੀ ਅਸਥਿਰਤਾ। ਨੰਬਰ 2, ਜ਼ਿੰਦਗੀ ਦੇ ਤੂਫਾਨ ਨੀਂਹ ਦੀ ਗੁਣਵੱਤਾ ਨੂੰ ਪ੍ਰਗਟ ਕਰਦੇ ਹਨ। ਨੰਬਰ 3, ਨੀਂਹ ਦਾ ਭੇਦ ਮਸੀਹ ਪ੍ਰਤੀ ਆਗਿਆਕਾਰੀ ਹੈ। ਇਹ ਹੁਣ ਤੱਕ ਪ੍ਰਚਾਰ ਕੀਤੇ ਗਏ ਸਭ ਤੋਂ ਮਹਾਨ ਸੰਦੇਸ਼ਾਂ ਵਿੱਚੋਂ ਆਖਰੀ ਸੰਦੇਸ਼ ਹੈ ਅਤੇ ਇਸ ਸੱਚ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਵਾਰ ਤੋਂ ਵੀ ਜ਼ਿਆਦਾ ਵਾਰ ਆਪਣਾ ਕਦਮ ਪਿੱਛੇ ਕਰਨਾ ਪਿਆ ਸੀ ਅਤੇ ਇਹ ਅਹਿਸਾਸ ਕਰਨਾ ਪਿਆ ਸੀ ਕਿ ਪਰਮੇਸ਼ਰ ਦਾ ਚੀਜ਼ਾਂ ਉੱਤੇ ਸਾਡੇ ਨਾਲੋਂ ਥੋੜ੍ਹਾ ਜਿਹਾ ਵੱਖਰਾ ਨਜ਼ਰੀਆ ਹੁੰਦਾ ਹੈ। ਪਹਾੜੀ ਉਪਦੇਸ਼ ਸਾਨੂੰ ਇੱਕ ਕਿਸਮ ਦਾ ਪਰਮੇਸ਼ਰ ਦੀ ਹਕੀਕਤ ਦੇ ਭਾਵ ਵਿੱਚ ਲੈ ਕੇ ਜਾਂਦੇ ਹਨ। ਮੈਨੂੰ ਇੱਕ ਮਨੁੱਖ ਦੀ ਕਹਾਣੀ ਯਾਦ ਆ ਰਹੀ ਹੈ ਜਿਹੜਾ ਇੱਕ ਵਾਰ ਪਰਮੇਸ਼ਰ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਉਸਨੇ ਕਿਹਾ, ਕੁਝ ਅਜਿਹਾ ਹੈ ਜੋ ਮੈਂ ਸੱਚਮੁੱਚ ਹਮੇਸ਼ਾ ਤੋਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਸੀ। ਮੈਂ ਹਮੇਸ਼ਾ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਸੀ। ਪਰਮੇਸ਼ਰ ਤੁਹਾਡੇ ਨਜ਼ਰੀਏ ਤੋਂ ਲੱਖਾਂ ਸਾਲ ਕਿੰਨਾ ਕੁ ਲੰਮਾ ਸਮਾਂ ਹੁੰਦਾ ਹੈ? ਅਤੇ ਪਰਮੇਸ਼ਰ ਨੇ ਜਵਾਬ ਦਿੱਤਾ, ਮੇਰੇ ਨਜ਼ਰੀਏ ਤੋਂ ਲੱਖਾਂ ਸਾਲ ਇੱਕ ਸੈਕਿੰਡ ਵਰਗੇ ਹਨ। ਵਾਹ, ਉਸ ਮਨੁੱਖ ਨੇ ਕਿਹਾ। ਪਰਮੇਸ਼ਰ ਤੁਹਾਡੇ ਨਜ਼ਰੀਏ ਤੋਂ ਲੱਖਾਂ ਡਾਲਰ ਕਿੰਨੇ ਕੁ ਹੁੰਦੇ ਹਨ? ਅਤੇ ਪਰਮੇਸ਼ਰ ਨੇ ਕਿਹਾ, ਲੱਖਾਂ ਡਾਲਰ ਇੱਕ ਪੈਨੀ ਵਰਗੇ ਹੁੰਦੇ ਹਨ। ਉਸ ਮਨੁੱਖ ਨੇ ਕਿਹਾ, ਪਰਮੇਸ਼ਰ ਕੀ ਤੁਸੀਂ ਮੈਨੂੰ ਇੱਕ ਪੈਨੀ ਉਧਾਰ ਦੇ ਸਕਦੇ ਹੋ? ਅਤੇ ਪਰਮੇਸ਼ਰ ਨੇ ਕਿਹਾ, ਜ਼ਰੂਰ, ਜਰਾ ਇੱਕ ਸੈਕਿੰਡ ਰੁਕ। ਇਹ ਕਹਾਣੀ ਸਾਨੂੰ ਇਸ ਗੱਲ ਦੀ ਮਿਸਾਲ ਦਿੰਦੀ ਹੈ ਕਿ ਪਰਮੇਸ਼ਰ ਦੀ ਸੋਚ ਸਾਡੀ ਸੋਚ ਨਾਲੋਂ ਕਿੰਨੀ ਵੱਖਰੀ ਹੈ ਕਿ ਨਹੀਂ? ਬਾਈਬਲ ਕਹਿੰਦੀ ਹੈ ਕਿ ਉਸ ਦੇ ਰਾਹ ਸਾਡੇ ਰਾਹਾਂ ਤੋਂ ਉੱਚੇ ਹਨ ਅਤੇ ਉਸ ਦੇ ਖਿਆਲ ਸਾਡੇ ਖਿਆਲਾਂ ਨਾਲੋਂ ਉੱਪਰ ਹਨ। ਅਤੇ ਸੱਚਮੁੱਚ ਪਹਾੜੀ ਉਪਦੇਸ਼ ਨੇ ਸਾਨੂੰ ਉਹੀ ਸੱਚਾਈ ਸਿਖਾਈ ਹੈ। ਜਦੋਂ ਅਸੀਂ ਉਹ ਸੁਣਦੇ ਹਾਂ ਜੋ ਪਰਮੇਸ਼ਰ ਜ਼ਿੰਦਗੀ ਬਾਰੇ ਕਹਿੰਦਾ ਹੈ, ਜਦੋਂ ਅਸੀਂ ਉਸ ਦੇ ਪੁੱਤਰ ਯਿਸੂ ਨੂੰ ਜਿਉਣ ਦੀਆਂ ਸੱਚਾਈਆਂ ਬਾਰੇ ਗੱਲ ਕਰਦਿਆਂ ਸੁਣਦੇ ਹਾਂ, ਸਾਨੂੰ ਇਹ ਭਾਵ ਮਿਲਦਾ ਹੈ ਕਿ ਉਹ ਜ਼ਿੰਦਗੀ ਦੇ ਇੱਕ ਅਜਿਹੇ ਪੱਧਰ ਬਾਰੇ ਗੱਲ ਕਰ ਰਿਹਾ ਹੈ ਜਿਸ ਤੱਕ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸਿਰਫ ਗਏ ਹਨ। ਪਰ ਉੱਥੇ ਕਿਵੇਂ ਜਿਉਣਾ ਹੈ ਹਾਲੇ ਤੱਕ ਇਹ ਨਹੀਂ ਸਿੱਖਿਆ ਹੈ।
ਪਹਾੜੀ ਉਪਦੇਸ਼ ਸਾਡੇ ਲਈ ਇੱਕ ਚੁਣੌਤੀ ਰਿਹਾ ਹੈ, ਸਾਡੇ ਲਈ ਇੱਕ ਤਗੀਦ ਰਿਹਾ ਹੈ ਕਿ ਜਿਉਣ ਦਾ ਇੱਕ ਅਜਿਹਾ ਢੰਗ ਵੀ ਹੈ ਜੋ ਬਿਲਕੁਲ ਵੱਖਰਾ ਹੈ। ਇੱਕ ਨੀਂਹ ਹੈ ਜਿਸ ਨੂੰ ਅਸੀਂ ਸਾਡੀਆਂ ਜ਼ਿੰਦਗੀਆਂ ਲਈ ਉਸਾਰ ਸਕਦੇ ਹਾਂ, ਜੋ ਅਜ਼ਮਾਇਸ਼ ਦੇ ਸਮੇਂ ਵਿੱਚ ਵੀ ਸਥਿਰ ਖੜੀ ਰਹੇਗੀ। ਜਦੋਂ ਅਸੀਂ ਪਹਾੜੀ ਉਪਦੇਸ਼ ਦੇ ਅੰਤ ਵਿੱਚ ਆਉਂਦੇ ਹਾਂ ਤਾਂ ਇੱਕ ਗੱਲ ਬਹੁਤ ਹੀ ਪ੍ਰਤੱਖ ਹੈ, ਅਤੇ ਉਹ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਨਾਲ ਮਸੀਹਤ ਦੇ ਅੱਧ ਵਿਚਕਾਰਲੀ ਸੜਕ ਵਰਗੀ ਕੋਈ ਚੀਜ਼ ਨਹੀਂ ਹੈ। ਦੁਬਾਰਾ ਉਤਪੰਨ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਨੂੰ ਲਦੂਕੀਆ ਦੀ ਨਿਹਚਾ ਕਹਿ ਸਕਦੇ ਹਾਂ। ਕਿ ਤੁਹਾਨੂੰ ਯਾਦ ਹੈ, ਪ੍ਰਕਾਸ਼ ਦੀ ਪੋਥੀ ਵਿੱਚ ਉਸ ਕਲੀਸਿਆ ਦਾ ਨਾਂ ਤੱਤੀ ਨਾ ਠੰਡੀ ਪਰ ਸੀਲ ਗਰਮ ਕਲੀਸਿਆ ਵਜੋਂ ਵਰਣਨ ਕੀਤਾ ਗਿਆ ਹੈ, ਅਤੇ ਇਹ ਉਹ ਕਲੀਸਿਆ ਸੀ ਜਿਸ ਨੇ ਪਰਮੇਸ਼ਰ ਨੂੰ ਅਕਾ ਦਿੱਤਾ ਸੀ। ਕਿ ਤੁਹਾਨੂੰ ਯਾਦ ਹੈ, ਪਰਮੇਸ਼ਰ ਨੇ ਕਿਹਾ ਕਿ ਉਹ ਉਸ ਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟੇਗਾ। ਜਦੋਂ ਅਸੀਂ ਇਸ ਪਹਾੜੀ ਉਪਦੇਸ਼ ਦੇ ਅੰਤ ਵਿੱਚ ਆਉਂਦੇ ਹਾਂ ਤਾਂ ਇਹ ਸਭ ਤੋਂ ਅਜੀਬ ਖੋਜ ਹੈ, ਕਿਉਂਕਿ ਜੇਕਰ ਕੋਈ ਅਜਿਹੀ ਚੀਜ਼ ਹੈ ਜੋ ਅੱਜ ਕਲੀਸਿਆ ਵਿੱਚ ਪ੍ਰਚਲਿਤ ਰਵੱਈਏ ਦਾ ਵਰਣਨ ਕਰਦੀ ਹੈ, ਇਹ ਸੜਕ ਦਾ ਅੱਧ ਵਿਚਾਲਾ ਰਵੱਈਆ ਹੈ। ਜੇਕਰ ਕੋਈ ਅਸੁਵਿਧਾ ਨਾ ਹੋਵੇ ਤਾਂ ਅਸੀਂ ਮਸੀਹੀ ਬਣਨਾ ਚਾਹੁੰਦੇ ਹਾਂ। ਅਸੀਂ ਪ੍ਰਭੂ ਨਾਲ ਤਦ ਤੱਕ ਚੱਲਣਾ ਚਾਹੁੰਦੇ ਹਾਂ ਜਦੋਂ ਤੱਕ ਇਹ ਸਾਨੂੰ ਉਹਨਾਂ ਇਲਾਕਿਆਂ ਵਿੱਚ ਨਹੀਂ ਲੈ ਕੇ ਜਾਂਦਾ ਜੋ ਨਕਸ਼ੇ ਵਿੱਚ ਨਹੀਂ ਹੁੰਦੇ ਹਨ। ਸਾਨੂੰ ਬਾੜ ਦੇ ਇੱਕ ਪਾਸੇ ਆਪਣੇ ਦੋਵੇਂ ਪੈਰ ਰੱਖਣ ਲਈ ਇੱਕ ਆਖਰੀ ਅਤੇ ਠੋਸ ਫੈਸਲਾ ਲੈਣ ਦੀ ਲੋੜ ਨਹੀਂ ਹੁੰਦੀ ਹੈ। ਸਾਨੂੰ ਲੱਤਾਂ ਖਿਲਾਰ ਕੇ ਖਲੋਣ ਦਾ ਵਿਚਾਰ ਪਸੰਦ ਆਉਂਦਾ ਹੈ। ਪਰ ਜੋ ਯਿਸੂ ਸਾਨੂੰ ਸਿਖਾ ਰਿਹਾ ਹੈ, ਹੁਣ ਉਸ ਨੂੰ ਚੇਤੇ ਰੱਖੋ। ਉਹਨਾਂ ਸ਼ਬਦਾਂ ਨੂੰ ਸੁਣੋ ਜੋ ਉਸ ਨੇ ਹੁਣੇ ਜਿਹੇ ਬੋਲੇ ਸਨ, ਜਿਨ੍ਹਾਂ ਬਾਰੇ ਅਸੀਂ ਪਿਛਲੇ ਕੁਝ ਹਫ਼ਤਿਆਂ ਵਿੱਚ ਅਧਿਐਨ ਕਰ ਚੁੱਕੇ ਹਾਂ। ਉਸ ਨੇ ਸਾਨੂੰ ਸਪਸ਼ਟ ਅਤੇ ਬਹੁਤ ਹੀ ਵਰਣਨਯੋਗ ਸ਼ਬਦਾਂ ਵਿੱਚ ਕਿਹਾ ਹੈ, ਉਹਨਾਂ ਸ਼ਬਦਾਂ ਵਿੱਚ ਜਿਨ੍ਹਾਂ ਨੂੰ ਅਸੀਂ ਉਲਝਾ ਨਹੀਂ ਸਕਦੇ। ਉਸ ਨੇ ਕਿਹਾ ਹੈ ਕਿ 2 ਫਾਟਕ ਹੈ, ਇੱਕ ਭੀੜਾ ਹੈ ਅਤੇ ਇੱਕ ਚੌੜਾ ਹੈ। 2 ਰਾਸਤੇ ਹਨ, ਇੱਕ ਤੰਗ ਹੈ ਅਤੇ ਇੱਕ ਖੁੱਲ੍ਹਾ ਹੈ। 2 ਮੰਜ਼ਿਲਾਂ ਹਨ, ਜ਼ਿੰਦਗੀ ਅਤੇ ਮੌਤ। 2 ਝੁੰਡ ਹਨ, ਥੋੜਿਆਂ ਦਾ ਅਤੇ ਬਹੁਤਿਆਂ ਦਾ। 2 ਗੁਰੂ ਹਨ, ਸੱਚਾ ਅਤੇ ਝੂਠਾ। 2 ਬ੍ਰਿਕਸ਼ ਹਨ, ਭਲਾ ਅਤੇ ਬੁਰਾ। 2 ਫਲ ਹਨ, ਚੰਗਾ ਅਤੇ ਬੁਰਾ। ਪਿਛਲੀ ਵਾਰ ਅਸੀਂ ਸਿੱਖਿਆ ਸੀ ਕਿ ਇਹ ਸਾਡਾ ਪੇਸ਼ਾ ਨਹੀਂ ਹੈ, ਜਾਂ ਸਗੋਂ ਸਾਡੀ ਪੈਦਾਵਾਰ ਨਹੀਂ ਹੈ ਜੋ ਮਾਇਨੇ ਰੱਖਦੀ ਹੈ, ਪਰ ਭਾਵੇਂ ਇਹ ਹੈ ਜਾਂ ਨਹੀਂ, ਅਸੀਂ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਦੇ ਹਾਂ ਅਤੇ ਸਾਡੇ ਕੋਲ ਪ੍ਰਭੂ ਯਿਸੂ ਮਸੀਹ ਹੈ। ਹੁਣ ਇੱਥੇ ਸਾਡਾ ਪ੍ਰਭੂ ਇਸ ਆਖਰੀ ਸੰਦੇਸ਼ ਵਿੱਚ ਸਾਨੂੰ ਫਿਰ ਚੇਤੇ ਕਰਾ ਰਿਹਾ ਹੈ ਕਿ ਸਾਡੀ ਨੇਚਾ ਵਿੱਚ ਅੱਧ ਵਿਚਾਲੇ ਹੌਲਾ ਕਰਨ ਵਾਲੀ ਕੋਈ ਸੜਕ ਨਹੀਂ ਹੈ। ਸੋ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹਨੇ ਪੱਥਰ ਉੱਤੇ ਆਪਣਾ ਘਰ ਬਣਾਇਆ ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ, ਪਰ ਉਹ ਨਾ ਡਿੱਗਿਆ ਕਿਉਂਕਿ ਉਹਦੀ ਨੀਂਹ ਪੱਥਰ ਉੱਤੇ ਧਰੀ ਹੋਈ ਸੀ। ਅਤੇ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਹੈ ਅਤੇ ਉਹਨਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹਨੇ ਆਪਣਾ ਘਰ ਰੇਤ ਉੱਤੇ ਬਣਾਇਆ ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਹਦਾ ਵੱਡਾ ਨਾਸ਼ ਹੋਇਆ। ਹੁਣ ਪ੍ਰਭੂ ਕਹਿੰਦਾ ਹੈ ਕਿ 2 ਨੀਹਾਂ ਹਨ, ਪੱਥਰ ਉੱਤੇ ਨੀਂਹ ਅਤੇ ਰੇਤ ਉੱਤੇ ਨੀਂਹ। ਜਦੋਂ ਅਸੀਂ ਮੱਤੀ ਦੀ ਅੰਜੀਲ ਵਿੱਚੋਂ ਅਤੇ ਪਹਾੜੀ ਉਪਦੇਸ਼ਾਂ ਵਿੱਚੋਂ ਇਸ ਕਹਾਣੀ ਨੂੰ ਪੜ੍ਹਦੇ ਹਾਂ ਤਾਂ ਸਾਡੇ ਲਈ ਇੱਕ ਗੱਲ ਨੂੰ ਸਮਝਣਾ ਬਹੁਤ ਹੀ ਸੌਖਾ ਹੈ। ਇੱਕ ਗੱਲ ਜਿਹਨੂੰ ਅਸੀਂ ਬਹੁਤ ਛੇਤੀ ਸਮਝ ਸਕਦੇ ਹਾਂ, ਉਹ ਇਹ ਹੈ ਕਿ ਇਸ ਚਰਚਾ ਵਿੱਚ ਜ਼ਿੰਦਗੀ ਨੂੰ ਬਦਲਣ ਵਾਲੇ ਕੁਝ ਸਿਧਾਂਤ ਸ਼ਾਮਲ ਹਨ। ਜਦੋਂ ਦਾ ਅਸੀਂ ਸੰਡੇ ਸਕੂਲ ਸ਼ੁਰੂ ਕੀਤਾ ਹੈ, ਉਦੋਂ ਤੋਂ ਅਸੀਂ ਸਾਡੀਆਂ ਕਲੀਸਿਆਵਾਂ ਵਿੱਚ ਇਸ ਕਹਾਣੀ ਨੂੰ ਸਿਖਾਉਂਦੇ ਆ ਰਹੇ ਹਾਂ। ਦਰਅਸਲ ਕੀ ਤੁਹਾਨੂੰ ਉਹ ਐਕਸ਼ਨ ਸੌਂਗ ਯਾਦ ਹੈ ਜੋ ਅਸੀਂ ਗਾਉਂਦੇ ਹੁੰਦੇ ਸਾਂ? ਕੀ ਤੁਹਾਨੂੰ ਉਹ ਕੋਰਸ ਯਾਦ ਹੈ ਜੋ ਅਸੀਂ ਇਸ ਤਰ੍ਹਾਂ ਗਾਉਂਦੇ ਸਾਂ? ਬੁੱਧਵਾਨ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ, ਬੁੱਧਵਾਨ ਨੇ ਆਪਣਾ ਘਰ ਬਣਾਇਆ, ਮੀਂਹ ਵਰ੍ਹਿਆ ਅਤੇ ਹੜ੍ਹ ਆਇਆ, ਮੀਂਹ ਵਰ੍ਹਿਆ, ਕੀ ਤੁਹਾਨੂੰ ਪਤਾ ਹੈ? ਅਤੇ ਪੱਥਰ ਉੱਤੇ ਬਣਿਆ ਹੋਇਆ ਘਰ ਖੜਾ ਰਿਹਾ। ਫਿਰ ਵੀ ਜਿਸ ਕਿਸੇ ਨੇ ਵੀ ਬੱਚਿਆਂ ਲਈ ਇਹ ਕੋਰਸ ਲਿਖਿਆ ਹੈ, ਇੱਕ ਬਹੁਤ ਹੀ ਬੁਰਾ ਸਬਕ ਸਿਖਾਇਆ ਹੈ, ਕਿਉਂਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਰੇਤ ਉੱਤੇ ਘਰ ਬਣਾਉਣ ਦਾ ਬਹੁਤ ਮਜ਼ਾ ਲੈਂਦੇ ਸਨ। ਕੀ ਤੁਹਾਨੂੰ ਯਾਦ ਹੈ?
ਕਿਉਂਕਿ ਅਖੀਰ ਵਿੱਚ ਅਸੀਂ ਚੀਕਾਂ ਮਾਰਦੇ ਸਾਂ ਅਤੇ ਰੌਲਾ ਪਾਉਂਦੇ ਸਾਂ ਅਤੇ ਆਪਣੇ ਪੈਰਾਂ ਨਾਲ ਇਸ ਨੂੰ ਢਾਹ ਦਿੰਦੇ ਸਾਂ, ਕਿਉਂਕਿ ਰੇਤ ਉੱਤੇ ਬਣਿਆ ਘਰ ਢਹਿ ਪਿਆ ਸੀ। ਪਰ ਜੋ ਮਜ਼ਾਕ ਸੀ ਜਦੋਂ ਅਸੀਂ ਬੱਚੇ ਸਾਂ, ਮਜ਼ਾਕ ਨਹੀਂ ਹੈ। ਜਦੋਂ ਅਸੀਂ ਉਮਰ ਵਿੱਚ ਵੱਡੇ ਹੋ ਜਾਂਦੇ ਹਾਂ ਅਤੇ ਪ੍ਰਭੂ ਯਿਸੂ ਮਸੀਹ ਦੇ ਲਈ ਇਹ ਕੋਈ ਮਜ਼ਾਕ ਵਾਲੀ ਕਹਾਣੀ ਨਹੀਂ ਸੀ। ਇਸ ਖਾਸ ਦ੍ਰਿਸ਼ਟਾਂਤ ਵਿੱਚ ਸ਼ਾਮਲ ਸਿਧਾਂਤਾਂ ਬਾਰੇ ਸੋਚਣਾ ਗੰਭੀਰ ਹੈ। ਨੰਬਰ 1, ਨੀਂਦ ਦੀ ਤਾਕਤ ਜ਼ਿੰਦਗੀ ਦੀ ਗੁਣਵੱਤਾ ਨੂੰ ਤੈਅ ਕਰਦੀ ਹੈ। ਹੁਣ ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹਾਂ ਤਾਂ ਪਹਿਲਾ ਸਿਧਾਂਤ ਜੋ ਸਪਸ਼ਟ ਹੈ ਉਹ ਇਹ ਹੈ। ਪਹਿਲਾ ਸਿਧਾਂਤ, ਨੀਂਦ ਦੀ ਤਾਕਤ ਜ਼ਿੰਦਗੀ ਦੀ ਗੁਣਵੱਤਾ ਨੂੰ ਤੈਅ ਕਰਦੀ ਹੈ। ਭਰੋਸੇਮੰਦ ਠੇਕੇਦਾਰ ਸਹੀ ਨੀਂਦ ਤੇ ਉਸਾਰੀ ਕਰਨ ਦੇ ਮਹੱਤਵ ਨੂੰ ਜਾਣਦੇ ਹਨ। ਸਾਡੇ ਦੇਸ਼ ਵਿੱਚ ਕੁਝ ਵੱਡੀਆਂ ਇਮਾਰਤਾਂ ਇਸਪਾਤ ਦੀਆਂ ਬਣੀਆਂ ਹੋਈਆਂ ਰੋੜੀ ਦੀਆਂ ਦਰੀਆਂ ਤੇ ਟਿਕੀਆਂ ਹੁੰਦੀਆਂ ਹਨ, ਜੋ ਕਿ 10 ਫੁੱਟ ਮੋਟੀਆਂ ਹੁੰਦੀਆਂ ਹਨ। ਇਸ ਅੰਦਰ ਲਗਾਤਾਰ ਰੋੜੀ ਪਾਈ ਜਾਂਦੀ ਹੈ ਤਾਂ ਕਿ ਇਸ ਦੀ ਨੀਂਹ ਦਾ ਕੋਈ ਵੀ ਹਿੱਸਾ ਕਿਤੇ ਚਟਾਨ ਬਣਨ ਤੋਂ ਰਹਿ ਨਾ ਜਾਵੇ। ਇਸ ਦੀ ਠੋਸ ਪੱਕਿਆਈ ਕੀਤੀ ਜਾਂਦੀ ਹੈ ਤਾਂ ਕਿ ਨੀਂਹ ਨੂੰ ਪੱਕੀ ਹੋਣ ਵਿੱਚ ਕਿਤੇ ਕੋਈ ਕਸਰ ਨਾ ਰਹਿ ਜਾਵੇ। ਇਮਾਰਤ ਜਿੰਨੀ ਜ਼ਿਆਦਾ ਉੱਚੀ ਹੁੰਦੀ ਹੈ, ਉਸ ਦੀ ਨੀਂਹ ਉਨੀ ਜ਼ਿਆਦਾ ਡੂੰਘੀ ਹੁੰਦੀ ਹੈ। ਏਸ਼ੀਆ ਦੀ ਇੱਕ ਨਿਰਮਾਣ ਕਰਨ ਵਾਲੀ ਕੰਪਨੀ ਜਾਂ ਫਰਮ ਹੈ ਜਿਸ ਨੇ 1200 ਫੁੱਟ ਦੀ ਇੱਕ ਇਮਾਰਤ ਨੂੰ ਬਣਾਉਣ ਦਾ ਠੇਕਾ ਲਿਆ ਅਤੇ ਉਹਨਾਂ ਨੇ ਉਸ 120 ਮੰਜ਼ਿਲਾ ਇਮਾਰਤ ਦੀ ਨੀਂਹ ਜ਼ਮੀਨ ਤੋਂ 600 ਫੁੱਟ ਤੋਂ ਹੇਠਾਂ ਰੱਖੀ। ਕੋਈ ਵੀ ਇਮਾਰਤ ਜਿਸ ਦੀ ਨੀਂਹ ਸਹੀ ਨਹੀਂ ਹੈ, ਭਾਵੇਂ ਉਹ ਇਮਾਰਤ ਬਾਹਰੋਂ ਵੇਖਣ ਨੂੰ ਕਿੰਨੀ ਵੀ ਸੋਹਣੀ ਕਿਉਂ ਨਾ ਦਿਸਦੀ ਹੋਵੇ, ਸਹੀ ਨੀਂਹ ਤੋਂ ਬਗੈਰ ਉਹ ਇਮਾਰਤ ਬੇਕਾਰ ਹੈ, ਖਤਰਨਾਕ ਹੈ। ਅਸਲ ਵਿੱਚ ਜੋ ਚੀਜ਼ਾਂ ਮੈਨੇ ਰੱਖਦੀਆਂ ਹੈ ਉਹ ਸਤ੍ਹਾ ਤੋਂ ਹੇਠਾਂ ਹੁੰਦੀ ਹੈ। ਕੈਲੀਫੋਰਨੀਆ ਵਿੱਚ ਫੋਰਟ ਬੈਨ ਨਾਲੋਂ ਜਿੱਥੇ ਮੈਂ ਰਹਿੰਦਾ ਹੁੰਦਾ ਸਾਂ, ਇੱਕ ਇਮਾਰਤ ਨੂੰ ਬਣਾਉਣਾ ਕਿੰਨਾ ਵੱਖਰਾ ਹੈ। ਅਤੇ ਪਹਿਲੇ ਦਿਨ ਭਵਨ ਨਿਰਮਾਤਾ ਆਇਆ ਅਤੇ ਉਸ ਨੇ ਮੈਨੂੰ ਕਿਹਾ, ਕੈਲੀਫੋਰਨੀਆ ਵਿੱਚ ਇਹ ਇਮਾਰਤ ਬਣਾਉਣ ਲਈ ਅਤੇ ਇਸ ਨੂੰ ਭੂਚਾਲ ਤੋਂ ਸੁਰੱਖਿਅਤ ਰੱਖਣ ਲਈ ਬਰਮੇ ਨਾਲ ਜ਼ਮੀਨ ਵਿੱਚ ਹੇਠਾਂ 30 ਕੋਲੇ ਬਣਾਉਣੇ ਪੈਣਗੇ। ਮੇਰਾ ਮਤਲਬ ਹੈ ਜ਼ਮੀਨ ਦੇ ਹੇਠਾਂ, ਅਤੇ ਉਹਨਾਂ ਨੂੰ ਸੀਮਟ ਨਾਲ ਪੂਰੀ ਤਰ੍ਹਾਂ ਭਰਨਾ ਪਵੇਗਾ। ਅਸਲ ਵਿੱਚ ਇਹ ਇਮਾਰਤਾਂ ਉਹਨਾਂ ਕੋਲਿਆਂ ਤੇ ਖੜੀਆਂ ਹੁੰਦੀਆਂ ਹਨ ਜੋ ਜ਼ਮੀਨ ਵਿੱਚ ਬਣਾਏ ਜਾਂਦੇ ਹਨ। ਹੁਣੇ ਜਿਹੇ ਜਦੋਂ ਮੈਂ ਆਪਣਾ ਘਰ ਬਣਾਇਆ, ਇਹ ਇੱਕ ਕਿੰਗਾਰੇ ਉੱਤੇ ਸੀ ਜਿੱਥੇ ਚਟਾਨਾਂ ਦਾ ਇੱਕ ਗੁੱਛਾ ਹੈ, ਅਤੇ ਇਮਾਰਤ ਬਣਾਉਣ ਵਾਲਾ ਮੇਰੇ ਕੋਲ ਆਇਆ ਅਤੇ ਉਸਨੇ ਕਿਹਾ, ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇਸ ਕਿੰਗਾਰੇ ਤੇ ਜੋ ਇਮਾਰਤ ਹੈ ਇਸ ਨੂੰ ਕਦੇ ਕੁਝ ਨਾ ਹੋਵੇ। ਇਸ ਲਈ ਅਸੀਂ ਇਸ ਚਟਾਨ ਵਿੱਚ ਬਰਮੇ ਨਾਲ ਛੇਕ ਕਰਨ ਜਾ ਰਹੇ ਹਾਂ ਅਤੇ ਅਸੀਂ ਇਸ ਚਟਾਨ ਅੰਦਰ ਸਟੀਲ ਦੀਆਂ ਸੀਖਾਂ ਪਾਵਾਂਗੇ ਅਤੇ ਉਹਨਾਂ ਦੇ ਆਲੇ ਦੁਆਲੇ ਅਸੀਂ ਸੀਮਟ ਪਾਵਾਂਗੇ। ਫਿਰ ਅਸੀਂ ਉਸ ਚਬੂਤਰੇ ਦੇ ਸਿਖਰ ਤੇ ਨੀਂਹ ਬਣਾਉਣ ਤੋਂ ਪਹਿਲਾਂ ਉਹਨਾਂ ਸਟੀਲ ਦੀਆਂ ਸੀਖਾਂ ਤੇ ਸੀਮਟ ਪਾਵਾਂਗੇ। ਮੈਂ ਉਹ ਗੱਲ ਸੁਣ ਕੇ ਖੁਸ਼ ਸਾਂ। ਮੈਂ ਇਹ ਸੁਣ ਕੇ ਖੁਸ਼ ਸਾਂ ਉਹ ਨੀਂਹ ਤੇ ਕਾਫੀ ਸਮਾਂ ਲਗਾਉਣ ਜਾ ਰਹੇ ਸਨ। ਦੋਸਤੋ, ਨੀਂਹ ਹਰੇਕ ਚੀਜ਼ ਨੂੰ ਤੈਅ ਕਰਦੀ ਹੈ। ਜੇ ਤੁਸੀਂ ਜ਼ਮੀਨ ਦੀ ਉੱਪਰਲੀ ਸਤ੍ਹਾ ਤੇ ਵੇਖਦੇ ਹੋ, ਉਹ ਕੋਈ ਮਾਇਨਾ ਨਹੀਂ ਰੱਖਦਾ। ਜਿੰਨੀ ਦੇਰ ਨੀਂਹ ਠੋਸ ਨਾ ਹੋਵੇ, ਨੀਂਹ ਨੂੰ ਪੱਕਾ ਕਰਨਾ ਜ਼ਰੂਰੀ ਹੈ। ਇਹ ਸਥਿਰ ਹੋਣੀ ਚਾਹੀਦੀ ਹੈ। ਭਾਗ ਊੜਾ, ਚਟਾਨ ਦੀ ਸਥਿਰਤਾ। ਅਤੇ ਇਸ ਖਾਸ ਦ੍ਰਿਸ਼ਟਾਂਤ ਦੇ ਅਨੁਸਾਰ ਦੋ ਵੱਖਰੇ ਵੱਖਰੇ ਵਿਕਲਪ ਹਨ। ਸਭ ਤੋਂ ਪਹਿਲਾਂ ਯਿਸੂ ਚਟਾਨ ਦੀ ਸਥਿਰਤਾ ਬਾਰੇ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ ਜਿਹੜੀ ਜ਼ਿੰਦਗੀ ਚਟਾਨ ਜਾਂ ਪੱਥਰ ਉੱਤੇ ਬਣੀ ਹੋਈ ਹੈ ਉਹ ਸੁਰੱਖਿਅਤ ਹੈ, ਅਤੇ ਅਸੀਂ ਬਾਈਬਲ ਦੇ ਸਾਡੇ ਦੂਜੇ ਅਧਿਐਨ ਤੋਂ ਜਾਣਦੇ ਹਾਂ ਕਿ ਜਦੋਂ ਉਹ ਚਟਾਨ ਉੱਤੇ ਇੱਕ ਜ਼ਿੰਦਗੀ ਨੂੰ ਬਣਾਉਣ ਦੀ ਗੱਲ ਕਰਦਾ ਹੈ, ਉਹ ਇੱਕ ਵਿਅਕਤੀ ਦੀ ਯਿਸੂ ਮਸੀਹ ਉੱਤੇ ਜ਼ਿੰਦਗੀ ਨੂੰ ਬਣਾਉਣ ਬਾਰੇ ਗੱਲ ਕਰ ਰਿਹਾ ਹੈ। ਪਹਿਲਾ ਕੋਰਿੰਥੀਆਂ 3 ਅਧਿਆਇ ਉਸ ਦੀ 11 ਐਤ ਇਸ ਦਾ ਇੱਕ ਉਦਾਹਰਨ ਹੈ। ਪੌਲੁਸ ਨੇ ਕਿਹਾ, ਕਿਉਂ ਜੋ ਉਸ ਨੀਂਹ ਤੋਂ ਬਿਨਾਂ ਜੋ ਰੱਖੀ ਹੋਈ ਹੈ ਦੂਜੀ ਕੋਈ ਨੀਂਹ ਰੱਖ ਸਕਦਾ, ਔਰ ਉਹ ਯਿਸੂ ਮਸੀਹ ਹੈ। ਜਦੋਂ ਇਸ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਚਟਾਨ ਉੱਤੇ ਬਣਾਉਣ ਬਾਰੇ ਗੱਲ ਕਰ ਰਿਹਾ ਸੀ, ਉਹ ਮਸੀਹ ਉੱਤੇ ਜ਼ਿੰਦਗੀ ਨੂੰ ਬਣਾਉਣ ਦੀ ਗੱਲ ਕਰ ਰਿਹਾ ਸੀ। ਪੂਰੀ ਬਾਈਬਲ ਵਿੱਚ ਮਸੀਹ ਨੂੰ ਬਲ ਦੀ ਅਤੇ ਸਥਿਰਤਾ ਦੀ ਇੱਕ ਤਸਵੀਰ ਵਜੋਂ ਵਰਤਿਆ ਗਿਆ ਹੈ। ਉਹ ਸਾਡੀ ਮੁਕਤੀ ਦੀ ਚਟਾਨ ਹੈ।
ਤੁਸੀਂ ਇਹ ਗੱਲ ਇਫਸੀਆਂ 2:19-20 ਵਿੱਚ ਵੀ ਵੇਖਦੇ ਹੋ, ਜਿੱਥੇ ਪੌਲੁਸ ਇਸ ਗੱਲ ਨੂੰ ਇੱਕ ਵੱਖਰੇ ਢੰਗ ਨਾਲ ਕਹਿੰਦਾ ਹੈ। ਉਹ ਕਹਿੰਦਾ ਹੈ, ਸੋ ਹੁਣ ਤੋਂ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ, ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ। ਹੁਣ ਇਹ ਵੇਖੋ, ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ, ਜਿਹਦੇ ਖੂੰਜੇ ਦਾ ਪੱਥਰ ਆਪ ਮਸੀਹ ਯਿਸੂ ਹੈ। ਇਸ ਲਈ ਜੇਕਰ ਤੁਸੀਂ ਇੱਕ ਅਜਿਹੀ ਜ਼ਿੰਦਗੀ ਚਾਹੁੰਦੇ ਹੋ ਜੋ ਅਜਿਹੀ ਚਟਾਨ ਉੱਤੇ ਬਣੀ ਹੋਈ ਹੈ, ਜੋ ਮੁਸ਼ਕਿਲ ਸਮੇਂ ਵਿੱਚ ਖੜੀ ਰਹੇਗੀ, ਤਾਂ ਤੁਹਾਨੂੰ ਆਪਣੀ ਜ਼ਿੰਦਗੀ ਮਸੀਹ ਉੱਤੇ ਬਣਾਉਣੀ ਪਵੇਗੀ। ਯਿਸੂ ਇਸ ਬਾਰੇ ਗੱਲ ਕਰ ਰਿਹਾ ਹੈ। ਅਸੀਂ ਇਸ ਸੱਚਾਈ ਨੂੰ ਆਪਣੇ ਬਹੁਤ ਸਾਰੇ ਗੀਤਾਂ ਵਿੱਚ ਪ੍ਰਸਿੱਧ ਬਣਾ ਦਿੱਤਾ ਹੈ। ਮਸੀਹ ਉੱਤੇ ਠੋਸ ਚਟਾਨ ਉੱਤੇ ਮੈਂ ਖੜਾ ਹਾਂ, ਬਾਕੀ ਸਾਰੀ ਜ਼ਮੀਨ ਡੁੱਬਦੀ ਰੇਤ ਉੱਤੇ ਹੈ। ਇਹ ਨੀਂਹ ਕਿੰਨੀ ਪੱਕੀ ਹੈ। ਉਸ ਨੀਂਹ ਦੀ ਗੱਲ ਕਰ ਰਿਹਾ ਹਾਂ ਜੋ ਯਿਸੂ ਮਸੀਹ ਉੱਤੇ ਮਸੀਹੀ ਲੋਕਾਂ ਲਈ ਧਰੀ ਹੋਈ ਹੈ। ਇਸ ਲਈ ਇਹ ਤੁਹਾਡੀ ਜ਼ਿੰਦਗੀ ਨੂੰ ਬਣਾਉਣ ਲਈ ਦੋ ਵਿਕਲਪਾਂ ਵਿੱਚੋਂ ਇੱਕ ਵਿਕਲਪ ਹੈ, ਜੋ ਕਿ ਯਿਸੂ ਤੁਹਾਡੀ ਜ਼ਿੰਦਗੀ ਨੂੰ ਅਸਥਿਰ ਚਟਾਨ ਤੇ ਬਣਾਉਣ ਲਈ ਰੂਪਕ ਅਲੰਕਾਰ ਨੂੰ ਵਰਤ ਰਿਹਾ ਹੈ। ਮੈਂ ਤੁਹਾਨੂੰ ਇਹ ਵਾਅਦਾ ਦੇ ਸਕਦਾ ਹਾਂ, ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਅਸਥਿਰ ਚਟਾਨ ਉੱਤੇ ਬਣਾਉਂਦੇ ਹੋ, ਇਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਾਸ਼ ਕਰ ਦੇਵੇਗੀ। ਤੁਸੀਂ ਇਸ ਤੇ ਭਰੋਸਾ ਨਹੀਂ ਕਰ ਸਕਦੇ, ਪਰ ਜਦੋਂ ਤੁਸੀਂ ਮਸੀਹ ਤੇ ਆਪਣੀ ਜ਼ਿੰਦਗੀ ਨੂੰ ਬਣਾਉਂਦੇ ਹੋ ਤਾਂ ਉਸ ਵਿੱਚ ਇੱਕ ਸਥਿਰਤਾ ਹੁੰਦੀ ਹੈ। ਤੁਸੀਂ ਜ਼ਿੰਦਗੀ ਦੀ ਹਰੇਕ ਮੁਸ਼ਕਲ ਦਾ ਸਾਹਮਣਾ ਕਰ ਸਕਦੇ ਹੋ। ਭਾਗ ਐੜਾ, ਰੇਤ ਦੀ ਅਸਥਿਰਤਾ। ਪਰ ਬੇਸ਼ੱਕ ਜ਼ਿੰਦਗੀ ਨੂੰ ਬਣਾਉਣ ਦਾ ਇੱਕ ਹੋਰ ਤਰੀਕਾ ਵੀ ਹੈ, ਅਤੇ ਬਹੁਤ ਸਾਰੇ ਲੋਕਾਂ ਨੇ ਉਹੀ ਤਰੀਕਾ ਚੁਣਿਆ ਹੋਇਆ ਹੈ, ਕਿਉਂਕਿ ਇਹ ਸਭ ਤੋਂ ਸੌਖਾ ਜਾਪਦਾ ਹੈ, ਅਤੇ ਉਹ ਹੈ ਜ਼ਿੰਦਗੀ ਨੂੰ ਰੇਤ ਦੀ ਅਸਥਿਰਤਾ ਤੇ ਬਣਾਉਣਾ। ਅਕਸਰ ਦ੍ਰਿਸ਼ਟਾਂਤ ਜਿਸ ਦਾ ਅੱਜ ਅਸੀਂ ਨਾਟਕ ਹੁੰਦਿਆਂ ਵੇਖਿਆ ਹੈ, ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਹਕੀਕਤ ਵਿੱਚ ਹੋ ਰਿਹਾ ਹੈ, ਜਿਨ੍ਹਾਂ ਨੂੰ ਤੁਸੀਂ ਅਤੇ ਮੈਂ ਜਾਣਦੇ ਹਾਂ। ਛੋਟੇ ਰਾਹ ਤੇ ਜਾਓ, ਸੌਖੇ ਰਾਹ ਤੇ ਜਾਓ, ਉਹ ਰਾਹ ਤੇ ਜਾਓ ਜੋ ਸਭ ਤੋਂ ਵਧੀਆ ਜਾਪਦਾ ਹੈ ਅਤੇ ਜਿਸ ਰਾਹੀਂ ਕਿਤੇ ਵੀ ਝੱਟ ਪਹੁੰਚਿਆ ਜਾ ਸਕਦਾ ਹੈ। ਉਸ ਰਾਹ ਤੇ ਜਾਓ ਜਿਸ ਦੀ ਲੋਕ ਪ੍ਰਸ਼ੰਸਾ ਕਰਦੇ ਹਨ, ਪਰ ਆਪਣੇ ਫੈਸਲੇ ਦੀ ਪੱਕਿਆਈ ਬਾਰੇ ਨਾ ਸੋਚੋ। ਕਈ ਵਾਰ ਅਸੀਂ ਆਪਣੀਆਂ ਜ਼ਿੰਦਗੀਆਂ ਅਜਿਹੀਆਂ ਮਿੱਤਰਤਾ ਤੇ ਬਣਾਉਂਦੇ ਹਾਂ, ਜਿਨ੍ਹਾਂ ਬਾਰੇ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਮਿੱਤਰ ਤਾਂ ਬਦਲਣ ਵਾਲੇ ਹਨ। ਕੀ ਮੇਰੀ ਗੱਲ ਨਾਲ ਕੋਈ ਸਹਿਮਤ ਹੋ ਸਕਦਾ ਹੈ? ਜਦੋਂ ਤੁਸੀਂ ਆਪਣੇ ਸੱਭਿਆਚਾਰ ਦੀਆਂ ਮੁਰਝਾ ਜਾਣ ਵਾਲੀਆਂ, ਥੋੜ੍ਹਾ ਚਿਰ ਰਹਿਣ ਵਾਲੀਆਂ ਕਦਰਾਂ ਕੀਮਤਾਂ ਤੇ ਆਪਣੀ ਜ਼ਿੰਦਗੀ ਨੂੰ ਬਣਾਉਂਦੇ ਹੋ, ਤਾਂ ਇਹੋ ਹੀ ਕੁਝ ਹੁੰਦਾ ਹੈ। ਅਸੀਂ ਇੱਕ ਖੂਬਸੂਰਤ ਦੁਨੀਆ ਵਿੱਚ ਰਹਿੰਦੇ ਹਾਂ। ਹਰ ਕੋਈ ਖੂਬਸੂਰਤ ਹੈ, ਹਰ ਕੋਈ ਸਿਹਤ ਦੇ ਬਾਰੇ ਜਾਗਰੂਕ ਹੈ, ਅਤੇ ਜੇਕਰ ਤੁਸੀਂ ਸਾਵਧਾਨ ਨਹੀਂ ਹੋ ਤਾਂ ਤੁਸੀਂ ਉਸ ਵਿੱਚ ਫਸ ਸਕਦੇ ਹੋ। ਅਤੇ ਕੀ ਤੁਹਾਨੂੰ ਪਤਾ ਹੈ ਕਿ ਲਾਜ਼ਮੀ ਗੱਲ ਇਹ ਹੈ ਕਿ ਅਸੀਂ ਸਾਰਿਆਂ ਨੂੰ ਬੁੱਢੇ ਹੋਣਾ ਹੈ, ਅਤੇ ਤੁਸੀਂ ਸਿਰਫ ਖੂਬਸੂਰਤ ਬਣਨ ਲਈ ਬਹੁਤ ਸਾਰੀਆਂ ਸਰਜਰੀਆਂ ਕਰਵਾ ਸਕਦੇ ਹੋ। ਆਮੀਨ। ਉਸ ਮਰਦ ਜਾਂ ਔਰਤ ਨੂੰ ਵੇਖਣਾ ਕਿੰਨਾ ਖੂਬਸੂਰਤ ਲੱਗਾ ਹੈ ਜਿਹੜਾ ਮਸੀਹ ਵਿੱਚ ਵੱਡਾ ਹੋ ਚੁੱਕਾ ਹੈ ਅਤੇ ਜਿਸ ਨੇ ਆਪਣੇ ਆਪ ਨੂੰ ਅੰਦਰੋਂ ਸਾਫ਼ ਅਤੇ ਪਵਿੱਤਰ ਰੱਖਿਆ ਹੈ। ਤੁਸੀਂ ਇਸ ਨੂੰ ਇੱਕ ਰਸਾਲੇ ਵਿੱਚ ਲਿਖਣ ਦੀ ਕੋਸ਼ਿਸ਼ ਕਰਦੇ ਹੋ ਅਤੇ ਇਸ ਦਾ ਵਰਣਨ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੁਸੀਂ ਇਹ ਨਹੀਂ ਕਰ ਸਕਦੇ। ਇੱਕ ਅੰਦਰੂਨੀ ਖੂਬਸੂਰਤੀ ਹੁੰਦੀ ਹੈ ਜੋ ਝੁਰੀਆਂ, ਸਫੇਦ ਹੋ ਰਹੇ ਵਾਲਾਂ ਅਤੇ ਵੱਧਦੀ ਉਮਰ ਵਿੱਚ ਵੀ ਚਮਕਦੀ ਹੈ। ਇਹ ਉਹ ਖੂਬਸੂਰਤੀ ਹੈ ਜਿਸ ਨੂੰ ਤੁਸੀਂ ਖਰੀਦ ਨਹੀਂ ਸਕਦੇ, ਕਿਉਂਕਿ ਇਹ ਸਿਰਫ ਪਰਮੇਸ਼ਰ ਵੱਲੋਂ ਆਉਂਦੀ ਹੈ, ਅਤੇ ਇਹ ਖੂਬਸੂਰਤੀ ਸਿਰਫ ਉਹਨਾਂ ਲਈ ਹੈ ਜਿਹੜੇ ਆਪਣਾ ਘਰ ਚਟਾਨ ਉੱਤੇ ਬਣਾਉਂਦੇ ਹਨ। ਐਡਵਰਡ ਰੌਬਿਨਸਨ ਨੇ ਇੱਕ ਕਵਿਤਾ ਲਿਖੀ ਹੈ ਜੋ ਇਹ ਵਰਣਨ ਕਰਦੀ ਹੈ ਕਿ ਅਸੀਂ ਇਸ ਬਾਰੇ ਕਿਵੇਂ ਮੂਰਖ ਬਣ ਸਕਦੇ ਹਾਂ, ਸਗੋਂ ਦੂਜਿਆਂ ਵੱਲ ਵੇਖ ਕੇ ਵੀ। ਉਸਨੇ ਕਿਹਾ, ਜਦ ਕਦੇ ਵੀ ਰਿਚਰਡ ਕੋਰੀ ਸ਼ਹਿਰ ਵਿੱਚ ਗਿਆ, ਅਸੀਂ ਪੰਗ ਡੰਡੀ ਤੇ ਖਲੋ ਕੇ ਉਸ ਨੂੰ ਵੇਖਿਆ। ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਭੱਦਰ ਪੁਰਸ਼ ਸੀ, ਸਾਫ਼ ਸੁਥਰਾ ਅਤੇ ਦੁਬਲਾ ਪਤਲਾ, ਅਤੇ ਉਹ ਹਮੇਸ਼ਾ ਚੰਗੇ ਕੱਪੜਿਆਂ ਨਾਲ ਸਜਿਆ ਹੁੰਦਾ ਸੀ, ਅਤੇ ਜਦ ਕਦੇ ਵੀ ਉਹ ਗੱਲ ਕਰਦਾ ਸੀ ਬੜੇ ਅਦਬ ਨਾਲ ਕਰਦਾ ਸੀ, ਪਰ ਉਹ ਹਾਲੇ ਵੀ ਫੜਫੜਾਉਂਦਾ ਸੀ ਜਦੋਂ ਉਹ ਕਹਿੰਦਾ ਸੀ ਸ਼ੁਭ ਸਵੇਰ, ਅਤੇ ਜਦੋਂ ਉਹ ਚੱਲਦਾ ਸੀ ਤਾਂ ਜਗਮਗ ਕਰਦਾ ਸੀ, ਅਤੇ ਉਹ ਬਹੁਤ ਹੀ ਅਮੀਰ ਸੀ। ਹਾਂ, ਇੱਕ ਰਾਜੇ ਨਾਲੋਂ ਵੀ ਅਮੀਰ, ਅਤੇ ਉਸ ਉੱਤੇ ਹਰ ਤਰ੍ਹਾਂ ਦੀ ਕਿਰਪਾ ਸੀ। ਕੁੱਲ ਮਿਲਾ ਕੇ ਅਸੀਂ ਸੋਚਿਆ ਕਿ ਉਹ ਸਭ ਕੁਝ ਸੀ। ਸਾਨੂੰ ਇਹ ਕਾਮਨਾ ਕਰਵਾਉਣ ਲਈ ਕਿ ਕਾਸ਼ ਅਸੀਂ ਉਸ ਦੀ ਥਾਂ ਤੇ ਹੁੰਦੇ। ਸੋ ਅਸੀਂ ਕੰਮ ਕਰਨਾ ਜਾਰੀ ਰੱਖਿਆ ਅਤੇ
ਉਸ ਰੋਸ਼ਨੀ ਲਈ ਇੰਤਜ਼ਾਰ ਕੀਤਾ ਅਤੇ ਮੀਟ ਤੋਂ ਬਗੈਰ ਦਿਨ ਕੱਟੇ ਅਤੇ ਰੋਟੀ ਨੂੰ ਸ਼ਰਾਪ ਦਿੱਤਾ। ਅਤੇ ਰਿਚਰਡ ਕੋਰੀ ਗਰਮੀਆਂ ਦੀ ਇੱਕ ਸ਼ਾਂਤ ਰਾਤ ਆਪਣੇ ਘਰ ਗਿਆ ਅਤੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਜਾਪਦਾ ਸੀ ਕਿ ਉਹ ਇੱਕ ਸਫਲ ਵਿਅਕਤੀ ਸੀ, ਪਰ ਉਹ ਅੰਦਰੋਂ ਖਾਲੀ ਸੀ। ਕਿ ਇਹ ਸਾਨੂੰ ਉਸ ਜ਼ਿੰਦਗੀ ਬਾਰੇ ਨਹੀਂ ਦੱਸਦਾ ਜਿਹੜੀ ਰੇਤ ਉੱਤੇ ਬਣੀ ਹੋਈ ਹੈ? ਉਹ ਜ਼ਿੰਦਗੀ ਜਿਸ ਦੇ ਅੰਦਰ ਕੋਈ ਅੰਦਰੂਨੀ ਗੁਣ ਨਹੀਂ ਹੈ, ਸੰਦੀਪਤਾ ਦਾ ਕੋਈ ਭਾਵ ਨਹੀਂ ਹੈ, ਉਸ ਖਾਲੀ ਥਾਂ ਨੂੰ ਭਰਨ ਦਾ ਕੋਈ ਭਾਵ ਨਹੀਂ ਹੈ ਜੋ ਪਰਮੇਸ਼ਰ ਨੇ ਤੁਹਾਡੇ ਦਿਲ ਦੇ ਅੰਦਰ ਮਸੀਹ ਲਈ ਰੱਖਿਆ ਹੈ। ਹਾਂ, ਇਹ ਦ੍ਰਿਸ਼ਟਾਂਤ ਸਾਨੂੰ ਸਿਖਾਉਂਦਾ ਹੈ ਕਿ ਨੀਂਦ ਦੀ ਤਾਕਤ ਤੁਹਾਡੀ ਜ਼ਿੰਦਗੀ ਦੀ ਗੁਣਵੱਤਾ ਨੂੰ ਤੈਅ ਕਰਦੀ ਹੈ। ਆਮੀਨ। ਨੰਬਰ 2, ਜ਼ਿੰਦਗੀ ਦੇ ਤੂਫਾਨ ਨੀਂਦ ਦੀ ਗੁਣਵੱਤਾ ਨੂੰ ਪ੍ਰਗਟ ਕਰਦੇ ਹਨ। ਹੁਣ ਦੂਜੇ ਸਿਧਾਂਤ ਉੱਤੇ ਧਿਆਨ ਕਰੋ। ਇਹ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਦੇ ਤੂਫਾਨ ਨੀਂਦ ਦੀ ਗੁਣਵੱਤਾ ਨੂੰ ਪ੍ਰਗਟ ਕਰਦੇ ਹਨ। ਇਹ ਇੱਕ ਦਿਲਚਸਪ ਗੱਲ ਹੈ ਅਤੇ ਮੈਂ ਇੱਕ ਕਹਾਣੀ ਦੱਸਦਾ ਅਤੇ ਮੈਨੂੰ ਪਤਾ ਹੈ ਕਿ ਇੱਥੇ ਮੇਰੇ ਕੁਝ ਅਜਿਹੇ ਮਿੱਤਰ ਹਨ ਜੋ ਦਲਾਲ ਹਨ। ਉਹ ਮੈਨੂੰ ਇਹ ਕਹਾਣੀ ਦੱਸਣ ਲਈ ਮਾਫ ਕਰਨਗੇ ਕਿਉਂਕਿ ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਤੁਸੀਂ ਇੱਕ ਨਵੇਂ ਸ਼ਹਿਰ ਵਿੱਚ ਜਾਂਦੇ ਹੋ ਅਤੇ ਇੱਕ ਨਵੇਂ ਘਰ ਦੀ ਤਲਾਸ਼ ਕਰ ਰਹੇ ਹੋ ਅਤੇ ਉਹ ਦਲਾਲ ਤੁਹਾਨੂੰ ਇਹਨਾਂ 2 ਘਰਾਂ ਨੂੰ ਵਿਖਾਉਣ ਲਈ ਲੈ ਕੇ ਜਾਂਦੇ ਹਨ। ਖੈਰ, ਉਹ ਇੱਕੋ ਹੀ ਨਿਰਮਾਤਾ ਦੁਆਰਾ ਬਣਾਏ ਗਏ ਹਨ। ਉਹਨਾਂ ਦਾ ਡਿਜ਼ਾਈਨ ਵੀ ਇੱਕੋ ਹੀ ਬੰਦੇ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਉਹ ਦੋਵੇਂ ਘਰ ਬਿਲਕੁਲ ਇੱਕੋ ਜਿਹੇ ਜਾਪਦੇ ਹਨ, ਸਿਵਾਏ ਘਰ ਦੇ ਅੰਦਰ ਕੀਤੇ ਹੋਏ ਰੰਗ ਤੋਂ। ਉਹ ਇੱਕੋ ਹੀ ਇਲਾਕੇ ਵਿੱਚ ਹਨ ਅਤੇ ਤੁਸੀਂ ਫੈਸਲਾ ਨਹੀਂ ਕਰ ਪਾ ਰਹੇ ਹੋ। ਤੁਸੀਂ ਜਾਂਦੇ ਹੋ ਅਤੇ ਇੱਕ ਘਰ ਦੇ ਅੰਦਰ ਜਾ ਕੇ ਸਭ ਕੁਝ ਵੇਖਦੇ ਹੋ ਅਤੇ ਜਦੋਂ ਤੁਸੀਂ ਉਸ ਘਰ ਦੇ ਅੰਦਰ ਹੁੰਦੇ ਹੋ, ਤੁਸੀਂ ਸੋਚਦੇ ਹੋ ਕਿ ਇਹੋ ਹੀ ਘਰ ਸਹੀ ਹੈ। ਫਿਰ ਤੁਸੀਂ ਦੂਜੇ ਘਰ ਦੇ ਅੰਦਰ ਜਾ ਕੇ ਵੇਖਦੇ ਹੋ ਅਤੇ ਜਦੋਂ ਤੁਸੀਂ ਦੂਜੇ ਘਰ ਦੇ ਅੰਦਰ ਹੁੰਦੇ ਹੋ, ਤੁਸੀਂ ਕਹਿੰਦੇ ਹੋ ਨਹੀਂ, ਉਹ ਘਰ ਨਹੀਂ, ਇਹ ਘਰ ਸਹੀ ਹੈ। ਇਸ ਲਈ ਤੁਸੀਂ ਆਪਣੇ ਦਲਾਲ ਮਿੱਤਰ ਨੂੰ ਕਹਿੰਦੇ ਹੋ, ਮੇਰਾ ਮਨ ਨਹੀਂ ਬਣ ਰਿਹਾ ਹੈ, ਮੈਂ ਫੈਸਲਾ ਲੈਣਾ ਹੈ, ਪਰ ਕੀ ਮੈਂ ਇਸ ਬਾਰੇ ਇੱਕ ਹਫ਼ਤੇ ਲਈ ਸੋਚ ਸਕਦਾ ਹਾਂ? ਅਤੇ ਉਹ ਕਹਿੰਦਾ ਹੈ, ਹਾਂ ਜ਼ਰੂਰ। ਉਹ ਤੁਹਾਨੂੰ ਆਪਣਾ ਕਾਰਡ ਦਿੰਦਾ ਹੈ ਅਤੇ ਆਪਣੇ ਘਰ ਚਲਾ ਜਾਂਦਾ ਹੈ। ਹਫ਼ਤੇ ਦੇ ਅੰਤ ਵਿੱਚ ਤੁਸੀਂ ਆਪਣੇ ਪਰਿਵਾਰ ਦੀ ਰਾਏ ਲੈਣ ਲਈ ਉਹਨਾਂ ਨੂੰ ਦੋਵਾਂ ਥਾਵਾਂ 'ਤੇ ਲੈ ਕੇ ਜਾਂਦੇ ਹੋ ਅਤੇ ਫਿਰ ਹਫ਼ਤੇ ਦਾ ਅੰਤ ਆ ਜਾਂਦਾ ਹੈ ਅਤੇ ਸ਼ਨੀਵਾਰ ਸਵੇਰ ਨੂੰ ਬੱਦਲ ਛਾ ਜਾਂਦੇ ਹਨ ਅਤੇ ਸ਼ਨੀਵਾਰ ਰਾਤ ਨੂੰ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਐਤਵਾਰ ਨੂੰ ਵੀ ਪੂਰਾ ਦਿਨ ਬਾਰਿਸ਼ ਹੁੰਦੀ ਰਹਿੰਦੀ ਹੈ ਅਤੇ ਲਗਾਤਾਰ ਬਾਰਿਸ਼ ਹੀ ਹੁੰਦੀ ਰਹਿੰਦੀ ਹੈ ਅਤੇ ਫਿਰ ਤੁਸੀਂ ਦਲਾਲ ਨੂੰ ਫੋਨ ਕਰਦੇ ਹੋ ਅਤੇ ਕਹਿੰਦੇ ਹੋ, ਮੈਂ ਸੋਮਵਾਰ ਨਹੀਂ ਆ ਸਕਦਾ, ਕੀ ਮੈਂ ਮੰਗਲਵਾਰ ਆ ਸਕਦਾ ਹਾਂ? ਅਤੇ ਸੋਮਵਾਰ ਰਾਤ ਨੂੰ ਤੁਸੀਂ ਅਤੇ ਤੁਹਾਡਾ ਪਰਿਵਾਰ ਕਾਰ ਵਿੱਚ ਬੈਠਦੇ ਹੋ ਅਤੇ ਇੱਕ ਵਾਰ ਫਿਰ ਉਹਨਾਂ ਦੋਵਾਂ ਘਰਾਂ ਨੂੰ ਵੇਖਣ ਲਈ ਨਿਕਲ ਪੈਂਦੇ ਹੋ। ਪਰ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਤਾਂ ਦੂਜਾ ਘਰ ਉਸ ਥਾਂ 'ਤੇ ਨਹੀਂ ਹੁੰਦਾ। ਪਹਿਲਾ ਘਰ ਬੜੀ ਸ਼ਾਨ ਨਾਲ ਉਸ ਥਾਂ 'ਤੇ ਖੜਾ ਹੁੰਦਾ ਹੈ, ਪਰ ਤੁਸੀਂ ਆਪਣੀ ਕਾਰ ਚਲਾਉਂਦਿਆਂ ਵੇਖਦੇ ਰਹਿੰਦੇ ਹੋ ਕਿ ਦੂਜਾ ਘਰ ਕਿੱਥੇ ਗਿਆ, ਪਰ ਤੁਹਾਨੂੰ ਉੱਥੇ ਰੋੜਿਆਂ ਦਾ ਢੇਰ ਨਜ਼ਰ ਆਉਂਦਾ ਹੈ ਕਿਉਂਕਿ ਇੱਕ ਘਰ ਭਾਵੇਂ ਕਿ ਉਹ ਪਹਿਲੇ ਘਰ ਵਰਗਾ ਲੱਗਦਾ ਸੀ, ਰੇਤ ਦੀ ਨੀਂਹ ਉੱਤੇ ਬਣਿਆ ਹੋਇਆ ਸੀ ਅਤੇ ਜਦੋਂ ਤੂਫਾਨ ਆਇਆ, ਤੂਫਾਨ ਨੇ ਹਕੀਕਤ ਨੂੰ ਜ਼ਾਹਿਰ ਕਰ ਦਿੱਤਾ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੋਸਤੋ, ਅੱਜ ਅਸੀਂ ਨੀਂਹ ਦੇ ਬਾਰੇ ਸਿੱਖ ਰਹੇ ਸੀ। ਇਹ ਹੁਣ ਤੱਕ ਪ੍ਰਚਾਰ ਕੀਤੇ ਗਏ ਸਭ ਤੋਂ ਮਹਾਨ ਸੰਦੇਸ਼ਾਂ ਵਿੱਚੋਂ ਇੱਕ ਅਤੇ ਆਖਰੀ ਸੰਦੇਸ਼ ਹੈ। ਪਰਮੇਸ਼ਰ ਦਾ ਨਜ਼ਰੀਆ ਸਾਡੇ ਨਾਲ ਥੋੜ੍ਹਾ ਜਿਹਾ ਵੱਖਰਾ ਹੁੰਦਾ ਹੈ। ਪਹਾੜੀ ਉਪਦੇਸ਼ ਇੱਕ ਕਿਸਮ ਨਾਲ ਸਾਨੂੰ ਪਰਮੇਸ਼ਰ ਦੀ ਹਕੀਕਤ ਦੇ ਭਾਵ ਵਿੱਚ ਲੈ ਕੇ ਜਾਂਦੇ ਹਨ, ਜੋ ਕਿ ਇਹ ਦੱਸਦੇ ਹਨ ਕਿ ਪਰਮੇਸ਼ਰ ਦੀ ਸੋਚ ਸਾਡੀ ਸੋਚ ਤੋਂ ਬਹੁਤ ਹੀ ਵੱਖਰੀ ਹੈ। ਬਾਈਬਲ ਬਾਣੀ ਕਹਿੰਦੀ ਹੈ ਕਿ ਪਰਮੇਸ਼ਰ ਦੇ ਰਾਹ ਸਾਡੇ ਰਾਹਾਂ ਤੋਂ ਉੱਚੇ ਹਨ ਅਤੇ ਉਹਦੇ ਖਿਆਲ ਸਾਡੇ ਖਿਆਲਾਂ ਨਾਲੋਂ ਉੱਚੇ ਹਨ ਅਤੇ ਸੱਚਮੁੱਚ ਉਹ ਪਹਾੜੀ ਉਪਦੇਸ਼ ਨੇ ਉਹੀ ਸੱਚਾਈ ਸਾਨੂੰ ਸਿਖਾਈ ਹੈ। ਇਹ ਇੱਕ ਅਜਿਹੀ ਨੀਂਹ ਹੈ ਜਿਹਨੂੰ ਅਸੀਂ ਆਪਣੇ ਜੀਵਨਾਂ ਦੇ ਵਿੱਚ ਉਸਾਰ ਸਕਦੇ ਹਾਂ, ਜੋ ਅਜ਼ਮਾਇਸ਼ ਦੇ ਸਮੇਂ ਵੀ ਖੜੀ ਰਹੇਗੀ। ਪ੍ਰਭੂ ਯਿਸੂ ਜੀ ਆਪਣੇ ਆਖਰੀ ਸੰਦੇਸ਼ ਦੇ ਵਿੱਚ ਫੇਰ ਤੋਂ ਯਾਦ ਕਰਾਉਂਦੇ ਹਨ ਕਿ ਉਹਦੇ ਵਚਨਾਂ ਦਾ ਮੁੱਲ ਕੀ ਹੈ। ਇਸ ਦੇ ਲਈ ਉਹਨੇ ਬੁੱਧਵਾਨ ਅਤੇ ਮੂਰਖ ਵਿਅਕਤੀ ਦੀ ਕਹਾਣੀ ਸੁਣਾਈ, ਜਿਨ੍ਹਾਂ ਵਿੱਚੋਂ ਬੁੱਧਵਾਨ ਨੇ ਇੱਕ ਚੱਟਾਨ ਦੇ ਉੱਤੇ ਅਤੇ ਮੂਰਖ ਨੇ
ਰੇਤ ਦੇ ਉੱਤੇ ਆਪਣੇ ਘਰ ਨੂੰ ਬਣਾਇਆ। ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋ ਨੀਹਾਂ ਦੇ ਬਾਰੇ ਜਾਣਿਆ, ਪੱਥਰ ਉੱਤੇ ਨੀਂਹ ਅਤੇ ਰੇਤ ਉੱਤੇ ਨੀਂਹ। ਇਸ ਦੇ ਵਿੱਚ ਜ਼ਿੰਦਗੀ ਨੂੰ ਬਦਲਣ ਵਾਲੇ ਕੁਝ ਸਿਧਾਂਤ ਸ਼ਾਮਿਲ ਹਨ। ਪਹਿਲਾ ਸਿਧਾਂਤ ਜਿਹੜਾ ਅੱਜ ਅਸੀਂ ਸਿੱਖਿਆ ਉਹ ਦੱਸਦਾ ਹੈ ਕਿ ਨੀਂਹ ਦੀ ਤਾਕਤ ਜ਼ਿੰਦਗੀ ਦੀ ਗੁਣਵੱਤਾ ਨੂੰ ਤੈਅ ਕਰਦੀ ਆ। ਭਰੋਸੇਮੰਦ ਠੇਕੇਦਾਰ ਸਹੀ ਨੀਂਹ ਤੇ ਉਸਾਰੀ ਕਰਨ ਨੂੰ ਜਾਣਦੇ ਹਨ। ਦੋਸਤੋ, ਨੀਂਹ ਹਰੇਕ ਚੀਜ਼ ਨੂੰ ਤੈਅ ਕਰਦੀ ਹੈ। ਜ਼ਮੀਨ ਦੀ ਉੱਪਰੀ ਸਤਹ ਕੋਈ ਮਾਇਨੇ ਨਹੀਂ ਰੱਖਦੀ। ਜਿੰਨੀ ਦੇਰ ਨੀਂਹ ਠੋਸ ਨਾ ਹੋਵੇ ਉਸ ਨੂੰ ਪੱਕਾ ਕਰਨਾ ਚਾਹੀਦਾ ਹੈ। ਇਹ ਸਥਿਰ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਅਸੀਂ ਚੱਟਾਨ ਦੀ ਸਥਿਰਤਾ ਬਾਰੇ ਜਾਣਿਆ। ਪ੍ਰਭੂ ਯਿਸੂ ਜੀ ਸਾਨੂੰ ਦੱਸਦੇ ਹਨ ਕਿ ਜਿਹੜੀ ਜ਼ਿੰਦਗੀ ਚੱਟਾਨ ਦੇ ਉੱਤੇ ਬਣੀ ਹੋਈ ਹੈ ਉਹ ਸੁਰੱਖਿਅਤ ਹੈ। ਅਸੀਂ ਜਾਣਿਆ ਕਿ ਜਦੋਂ ਉਹ ਕਿਸੇ ਵਿਅਕਤੀ ਦੀ ਜ਼ਿੰਦਗੀ ਨੂੰ ਚੱਟਾਨ ਦੇ ਉੱਤੇ ਬਣਾਉਣ ਦੀ ਗੱਲ ਕਰਦਾ ਤਾਂ ਉਹ ਅਸਲ ਦੇ ਵਿੱਚ ਯਿਸੂ ਮਸੀਹ ਦੇ ਉੱਤੇ ਜ਼ਿੰਦਗੀ ਬਣਾਉਣ ਦੇ ਬਾਰੇ ਗੱਲ ਕਰ ਰਿਹਾ, ਕਿਉਂਕਿ ਯਿਸੂ ਮਸੀਹ ਤੋਂ ਇਲਾਵਾ ਹੋਰ ਕੋਈ ਨੀਂਹ ਹੈ ਹੀ ਨਹੀਂ। ਇਸ ਤੋਂ ਬਾਅਦ ਅਸੀਂ ਰੇਤ ਦੀ ਅਸਥਿਰਤਾ ਦੇ ਬਾਰੇ ਜਾਣਿਆ। ਜ਼ਿਆਦਾਤਰ ਲੋਕ ਆਪਣੇ ਘਰਾਂ ਦੀ ਨੀਹਾਂ ਰੇਤ ਦੇ ਉੱਤੇ ਬਣਾਉਂਦੇ ਹਨ, ਜੋ ਕਿ ਸਥਿਰ ਨਹੀਂ ਹੈ। ਦੋਸਤੋ, ਜੇਕਰ ਅਸੀਂ ਥੋੜਾ ਚਿਰ ਰਹਿਣ ਵਾਲੀਆਂ ਕਦਰਾਂ ਕੀਮਤਾਂ ਦੇ ਉੱਤੇ ਆਪਣੀ ਨੀਂਹ ਨੂੰ ਉਸਾਰਦੇ ਹਾਂ ਤਾਂ ਸਾਡੀਆਂ ਜ਼ਿੰਦਗੀਆਂ ਸਥਿਰ ਨਹੀਂ ਹੁੰਦੀਆਂ, ਉਹ ਕਦੇ ਵੀ ਢਹਿ ਸਕਦੀਆਂ ਹਨ। ਅਸੀਂ ਫਿਰ ਦੂਜੇ ਸਿਧਾਂਤ ਨੂੰ ਜਾਣਿਆ ਜੋ ਸਾਨੂੰ ਦੱਸਦਾ ਹੈ ਜ਼ਿੰਦਗੀ ਦੇ ਤੂਫਾਨ ਨੀਂਹ ਦੀ ਗੁਣਵੱਤਾ ਨੂੰ ਪ੍ਰਗਟ ਕਰਦੇ ਹਨ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਅਧਿਐਨ ਦੇ ਬਾਕੀ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਪੂਰਾ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਪਿਤਾ ਪਰਮੇਸ਼ਰ ਅੱਜ ਦੇ ਵਚਨ ਦੇ ਦੁਆਰਾ ਸਾਨੂੰ ਆਸ਼ੀਸ਼ ਬਰਕਤ ਦਿੱਤੀ, ਸਾਨੂੰ ਨੀਂਹ ਦੇ ਬਾਰੇ ਸਿਖਾਇਆ। ਅਸੀਂ ਦੋ ਤਰ੍ਹਾਂ ਦੀ ਨੀਹਾਂ ਨੂੰ ਦੇਖਿਆ ਪ੍ਰਭੂ ਜੀ, ਇੱਕ ਨੀਂਹ ਰੇਤ ਤੇ ਬਣੀ ਹੋਈ ਹੈ, ਦੂਸਰੀ ਨੀਂਹ ਜੋ ਹੈ ਉਹ ਚੱਟਾਨ ਤੇ ਬਣੀ ਹੈ। ਪਿਤਾ ਪਰਮੇਸ਼ਰ, ਤੁਸੀਂ ਸਿਖਾਇਆ ਕਿ ਜਿਹੜੀ ਨੀਂਹ ਚੱਟਾਨ ਤੇ ਬਣੀ ਹੈ ਉਹ ਸਥਿਰ ਰਹਿੰਦੀ ਹੈ, ਜਿਸ ਦਾ ਮਤਲਬ ਕਿ ਉਹ ਚੱਟਾਨ ਤੁਸੀਂ ਹੋ। ਜਿਸ ਕਿਸੇ ਦਾ ਵੀ ਘਰ, ਜਿਸ ਕਿਸੇ ਦੀ ਵੀ ਨੀਂਹ ਤੁਹਾਡੇ ਉੱਤੇ ਬਣੀ ਹੈ, ਉਹ ਘਰ ਕਦੇ ਨਹੀਂ ਡਿੱਗ ਸਕਦਾ, ਉਹ ਵਿਅਕਤੀ ਕਦੇ ਨਹੀਂ ਡਿੱਗ ਸਕਦਾ। ਪਿਤਾ ਪਰਮੇਸ਼ਰ, ਸਾਡੀ ਪ੍ਰਾਰਥਨਾ ਤੁਸੀਂ ਸਾਨੂੰ ਹਿੰਮਤ ਸਮਝ ਬਖਸ਼ੋ ਤਾਂ ਕਿ ਅਸੀਂ ਪ੍ਰਭੂ ਜੀ ਹਰ ਆਪਣੇ ਕੰਮ ਦੇ ਲਈ ਤੁਹਾਡੇ ਉੱਤੇ ਨਿਰਭਰ ਹੋ ਸਕੀਏ, ਸਾਡਾ ਵਿਸ਼ਵਾਸ ਤੁਹਾਡੇ ਉੱਤੇ ਪੱਕਾ ਹੋ ਸਕੇ, ਸਾਡੇ ਵਿਸ਼ਵਾਸ ਦੀ ਨੀਂਹ ਤੁਹਾਡੇ ਉੱਤੇ, ਤੁਹਾਡੇ ਚੱਟਾਨ ਦੇ ਉੱਤੇ ਬਣੀ ਰਹਿ ਸਕੇ। ਪਿਤਾ, ਧੰਨਵਾਦ ਕਰਦੇ ਹਾਂ ਇਸ ਅੱਛੇ ਵਚਨ ਦੇ ਲਈ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗ ਲੈਂਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।